ਪਿਆਰੇ ਵਿਦਿਆਰਥੀਓ, ਮੈਂ ਮਨਦੀਪ ਕੌਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਸੂਰਤ ਤੋਂ ਤੁਹਾਡੀ ਪੰਜਾਬੀ ਦੀ ਅਧਿਆਪਕਾ ਜਮਾਤ 10ਵੀਂ। ਪਿਆਰੇ ਵਿਦਿਆਰਥੀਓ, ਇਸ ਲਾਕਡਾਊਨ ਦੀ ਸਥਿਤੀ ਦੇ ਵਿੱਚ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ ਈ-ਲਰਨਿੰਗ ਦੇ ਜ਼ਰੀਏ ਤੁਹਾਡੀ ਐਜੂਕੇਸ਼ਨ ਨੂੰ, ਤੁਹਾਡੀ ਸਿੱਖਿਆ ਨੂੰ ਜਾਰੀ ਰੱਖ ਰਿਹਾ ਹੈ, ਜਿਸ ਦੇ ਅਧੀਨ ਕਿ ਅਸੀਂ ਪੰਜਾਬੀ ਦੇ ਵਿਸ਼ੇ ਨੂੰ ਵੀ ਪੜ੍ਹ ਰਹੇ ਹਾਂ। ਆਸ ਕਰਦੀ ਹਾਂ ਕਿ ਤੁਸੀਂ ਇਸ ਸਭ ਚੀਜ਼ਾਂ ਨੂੰ ਸਮਝੋਗੇ ਔਰ ਨਾਲ ਦੇ ਨਾਲ ਕੰਮ ਕਰਦੇ ਰਹੋਗੇ। ਵਿਦਿਆਰਥੀਓ, ਅਸੀਂ ਪੜ੍ਹ ਰਹੇ ਹਾਂ ਸਾਹਿਤਕ ਰੰਗ ਪੁਸਤਕ ਦੇ ਵਿੱਚੋਂ ਬੇਬੇ ਰਾਮ ਭਜਨੀ ਸ਼੍ਰੀ ਆਈ.ਸੀ. ਨੰਦਾ। ਇਸ ਦਾ ਪਹਿਲਾ ਭਾਗ ਤੁਸੀਂ ਦੇਖ ਚੁੱਕੇ ਹੋ। ਅੱਜ ਅਸੀਂ ਇਸ ਦਾ ਦੂਸਰਾ ਭਾਗ ਕਰਾਂਗੇ। ਜਿਵੇਂ ਕਿ ਅਸੀਂ ਇਸ ਦੇ ਪਹਿਲੇ ਹਿੱਸੇ ਵਿੱਚ ਦੇਖਿਆ ਸੀ, ਇਸ ਦਾ ਵਿਸ਼ਾ ਵਸਤੂ ਵਹਿਮ ਭਰਮ, ਸਮਾਜਿਕ ਬੁਰਾਈਆਂ, ਧਰਮ ਦੇ ਨਾਮ 'ਤੇ ਪਖੰਡ, ਮਰਦ ਪ੍ਰਧਾਨ ਸਮਾਜ ਵਿੱਚ ਮਰਦ ਦੀਆਂ ਬਦਸਲੂਕੀਆਂ, ਦੋਸਤੀ ਦੇ ਨਾਂ ਦੇ ਉੱਤੇ ਧੋਖਾ ਅਤੇ ਹੋਰ ਕਈ ਕੁਛ। ਉਹੀ ਹੀ ਅਸੀਂ ਅੱਗੇ ਇਸ ਨੂੰ ਜਾਰੀ ਰੱਖਾਂਗੇ। ਵਿਦਿਆਰਥੀਓ, ਪਿਛਲੇ ਹਿੱਸੇ ਵਿੱਚ ਦੇਖਿਆ ਕਿ ਬੇਬੇ ਰਾਮ ਭਜਨੀ, ਜੋ ਕਿ ਹਰ ਵਕਤ ਰਾਮ ਦਾ ਨਾਮ ਜਪਦੀ ਰਹਿੰਦੀ ਹੈ, ਦੁਨੀਆ ਤੋਂ ਨਿਰਾਸ਼ ਹੈ, ਪਤੀ ਦੀਆਂ ਬੁਰੀਆਂ ਆਦਤਾਂ ਤੋਂ ਪਰੇਸ਼ਾਨ ਹੈ ਅਤੇ ਆਪਣਾ ਸਭ ਕੁਝ ਰਾਮ ਦੇ ਨਾਮ ਲਾ ਦੇਣਾ ਚਾਹੁੰਦੀ ਹੈ। ਉਹ ਆਪਣਾ ਸਭ ਕੁਝ ਦਾਨ ਕਰ ਦੇਣਾ ਚਾਹੁੰਦੀ ਹੈ, ਜਿਸ ਵਿੱਚ ਉਸ ਦੀ ਸਹਾਇਤਾ ਕੌਣ ਕਰਦਾ ਹੈ? ਉਸ ਦੀ ਗੁਆਂਢਣ ਔਰਤ। ਉਸ ਗੁਆਂਢਣ ਨੂੰ ਉਸ ਨੇ ਭੇਜਿਆ ਸੀ ਪਾਂਧੇ ਨੂੰ ਸੱਦਣ, ਅਤੇ ਨਾਲ ਹੀ ਇੱਕ ਸਾਧੂ ਨੂੰ ਵੀ ਕਿਸੇ ਨੂੰ ਭੇਜਣ ਲਈ ਕਿਹਾ ਸੀ। ਉਹ ਸਾਧੂ ਉਸ ਦੇ ਘਰ ਆਉਂਦਾ ਹੈ ਅਤੇ ਉਸ ਦੇ ਕੋਲੋਂ ਕਈ ਚੀਜ਼ਾਂ ਦਾਨ ਦੇ ਵਿੱਚ ਲੈ ਕੇ ਜਾਂਦਾ ਹੈ, ਜਿਵੇਂ ਕਿ ਦੁਸ਼ਾਲਾ, ਗੜਵਾ, ਬਾਲੀਆਂ। ਹੁਣ ਵਿਦਿਆਰਥੀਓ, ਅਸੀਂ ਦੇਖਿਆ ਕਿ ਬੇਬੇ ਰਾਮ ਭਜਨੀ ਭਾਵੇਂ ਇਹ ਸਭ ਕੁਝ ਦਾਨ ਕਰਦੀ ਹੈ, ਪਰ ਨਾਲ ਹੀ ਨਾਲ ਉਸ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਪਛਤਾਵਾ ਵੀ ਹੁੰਦਾ ਹੈ ਕਿ ਹਾਏ, ਇਹ ਤਾਂ ਮੇਰਾ ਸਭ ਕੁਝ ਲੈ ਗਿਆ ਹੈ। ਇਹ ਮੇਰਾ ਗੜਵਾ ਵੀ ਲੈ ਕੇ ਗਿਆ ਆ, ਇਹ ਦੁਸ਼ਾਲਾ ਲੈ ਗਿਆ, ਇਹ ਬਾਲੀਆਂ ਲੈ ਗਿਆ। ਪਰ ਨਾਲ ਹੀ ਨਾਲ ਅਸੀਂ ਦੇਖਦੇ ਹਾਂ ਬਾਅਦ ਵਿੱਚ ਉਹ ਆਪਣੇ ਮਨ ਨੂੰ ਸਮਝਾਉਂਦੀ ਹੈ, ਸਮਝਾ ਕੇ ਉਹ ਕਹਿੰਦੀ ਹੈ ਕਿ ਉਸਨੇ ਦਾਨ ਹੀ ਕੀ ਕੀਤਾ ਹੈ। ਇੱਥੇ ਤੱਕ ਅਸੀਂ ਇਸ ਇਕਾਂਗੀ ਨੂੰ ਕਰ ਚੁੱਕੇ ਹਾਂ। ਹੁਣ ਅਸੀਂ ਦੂਸਰਾ ਭਾਗ ਇਸ ਦਾ ਅਗਲਾ ਵੇਖਾਂਗੇ। ਪਿਛਲੀ ਵਾਰ ਅਸੀਂ ਪੜ੍ਹਿਆ ਕਿ ਗੁਆਂਢਣ ਨੂੰ ਰਾਮ ਭਜਨੀ ਨੇ ਭੇਜਿਆ ਹੈ ਕਿ ਕਿਸੇ ਪਾਂਧੇ ਨੂੰ ਬੁਲਾ ਕੇ ਲੈ ਕੇ ਆਓ। ਹੁਣ ਅਸੀਂ ਦੇਖਾਂਗੇ ਕਿ ਗੁਆਂਢਣ ਪਾਂਧੇ ਨੂੰ ਬੁਲਾ ਕੇ ਲੈ ਆਈ ਹੈ। ਜੈ ਰਾਮ ਜੀ, ਜੈ ਰਾਮ ਜੀ। ਧੰਨ ਭਾਗ ਮੇਰੇ, ਜੋ ਤੁਸੀਂ ਵੀ ਆਏ। ਕੀੜੀ ਕਰ ਨਾਰਾਇਣ ਆਏ ਨੇ, ਆਓ ਇੱਥੇ ਬੈਠੋ। ਬੇਬੇ ਰਾਮ ਭਜਨੀ ਪਾਂਧੇ ਲਈ ਚਿੱਟੀ ਚਾਦਰ ਵਿਛਾਉਂਦੀ ਹੈ। ਹਰੇ ਹਰੇ, ਮੈਂ ਕੌਣ? ਇਹ ਸਭ ਰਾਮ ਦੀ ਦਇਆ ਏ। ਧੰਨ ਭਾਗ ਮੇਰੇ, ਸ਼ੁਕਰ ਹੈ ਤੁਸੀਂ ਆਏ। ਬੇਬੇ, ਰਾਮ ਆਪ ਹੀ ਕਾਜ ਸਵਾਰਨ ਵਾਲਾ ਏ। ਮੈਂ ਪਾਂਧੇ ਹੋਰਾਂ ਨੂੰ ਭਲਾ ਕਿੱਦਾਂ ਲਿਆਉਣਾ ਸੀ ਜੇ ਰਾਮ ਸਹਾਇਤਾ ਨਾ ਕਰਦਾ? ਪਾਂਧੇ ਹੋਰੀ ਬਾਹਰ ਜਾਣ ਨੂੰ ਫਿਰਦੇ ਸਨ। ਵਕੀਲ ਦਾ ਆਦਮੀ ਸੱਦਣ ਆਇਆ ਹੋਇਆ ਸੀ। ਹਾਂ ਬੀਬੀ, ਵਕੀਲ ਦੇ ਲੜਕਾ ਹੋਇਆ ਏ ਤੇ ਉਹਨਾਂ ਨੇ ਟੇਵਾ ਲਵਾਉਣ ਲਈ ਸੱਦਿਆ ਏ। ਰਾਮ ਹਰ ਕਿਸੇ ਦੇ ਕਲੇਜੇ ਠੰਡ ਪਾਵੇ। ਸੱਚ ਕਿਹਾ ਬੀਬੀ। ਪਾਂਧਾ ਜੀ, ਜਦੋਂ ਦਾ ਮੇਰਾ ਇੱਕੋ ਇੱਕ ਜੀ ਜਿਹਾ ਖੇਡਣ ਟੁਰ ਗਿਆ ਏ, ਇਹ ਸਾਰਾ ਸੰਸਾਰ ਮੇਰੇ ਮਨੋਂ ਉਤਰ ਗਿਆ ਏ। ਅੱਛਾ, ਉਹ ਰਾਮ ਦੀ ਦੌਲਤ ਸੀ, ਰਾਮ ਨੇ ਲੈ ਲਈ। ਪਰ ਤੁਹਾਨੂੰ ਪਤਾ ਏ ਮੇਰੇ ਮਾਲਕ ਦੀਆਂ ਕਰਤੂਤਾਂ ਦਾ? ਸਾਰਾ ਦਿਨ ਜੂਆ, ਸ਼ਰਾਬ, ਬਸ ਕਦੀ ਪਲ ਭਰ ਵੀ ਹੋਸ਼ ਵਿੱਚ ਨਹੀਂ ਹੁੰਦਾ। ਸੈਂਕੜਿਆਂ ਤੇ ਹਜ਼ਾਰਾਂ ਤੇ ਹੁੰਜਾ ਫੇਰ ਛੱਡਿਆ ਏ। ਬੀਬੀ, ਸੰਸਾਰ ਬਣਿਆ ਹੀ ਇਸੇ ਤਰ੍ਹਾਂ ਏ। ਇਹਦੇ ਵਿੱਚ ਚੰਗੇ ਵੀ ਹਨ, ਮੰਦੇ ਵੀ ਹਨ, ਪਰ ਜੋੜੀਆਂ ਜਗ ਥੋੜੀਆਂ ਤੇ ਨਰੜ ਬਥੇਰੇ। ਹਾਂਜੀ, ਹੁਣ ਵੇਖੋ ਬਈ, ਇਹ ਕੋਈ ਕਰਮਾਂ ਦੀ ਗੱਲ ਹੈਗੀ ਹੈ ਜੇ ਨਾ ਬਈ। ਇਹ ਐਡੀ ਧਰਮਾਤਮਾ ਜੇ ਤੇ ਉਹ। ਨਾ ਬੇਬੇ, ਐ ਨਾ ਕਹੋ। ਮੈਂ ਬੜੀ ਪਾਪਣ, ਬੜੀ ਅਪਰਾਧਣ। ਨਹੀਂ ਬੀਬੀ, ਤੂੰ ਆਪਣਾ ਜਨਮ ਸਫਲ ਕੀਤਾ ਏ। ਤੇਰੇ ਨਾਲ ਤੇਰਾ ਮਾਲਕ ਵੀ ਤਰ ਜਾਏਗਾ। ਇੱਕ ਭਗਤ ਨਾਲ ਸੈਂਕੜੇ ਪਾਪੀ ਵੀ ਤਰ ਜਾਂਦੇ ਨੇ।
ਚੰਗਿਆਂ ਨਾਲ ਮੰਦੇ ਵੀ ਤਰ ਜਾਂਦੇ ਨੇ। ਮੈਂ ਤੇ ਮਹਾਰਾਜ ਦੁਨੀਆ ਦਾ ਖਹਿੜਾ ਛੱਡਿਆ, ਬਥੇਰਾ ਖਾਧਾ ਪੀਤਾ, ਸੁੱਖ ਵੀ ਭੋਗਿਆ ਤੇ ਦੁੱਖ ਵੀ ਭੋਗਿਆ। ਜਦੋਂ ਦੀ ਰਾਮ ਦੀ ਹੋਈ ਹੈ ਨਾ, ਮੈਨੂੰ ਦੁਨੀਆ ਵਿੱਚ ਕੁਝ ਵੀ ਚੰਗਾ ਨਹੀਂ ਲੱਗਦਾ। ਧੰਨ ਜਨਮ ਹੈ ਬੀਬੀ। ਮਹਾਰਾਜ, ਸੇਵਾ ਨੂੰ ਮੇਵਾ ਏ, ਤਦੇ ਤਾਂ ਰਾਮ ਨੇ ਦਰਸ਼ਨ ਦਿੱਤੇ ਨੇ। ਇਹਦੀ ਭਗਤੀ ਦਾ ਹੀ ਫਲ ਹੈ। ਮੈਂ ਤੇ ਉਹਦੇ ਬੂਹੇ ਦੀ ਮੰਗਤੀ ਆ। ਹੁਣ ਇਹਦੇ ਕੋਲੋਂ ਦਾਨ ਪੁੰਨ ਸੰਕਲਪ ਨਾਲ ਕਰਾਓ। ਬੇਬੇ, ਜੋ ਦੇਣਾ ਏ ਕੱਢ ਲਿਆ। ਹਾਂ ਬੇਬੇ, ਵੇਲਾ ਜਾਂਦਾ ਹੈ, ਢਿੱਲ ਨਾ ਕਰੋ। ਬੇਬੇ, ਮੇਰਾ ਤੇ ਜੀ ਕਰਦਾ ਹੈ ਵੀ ਇਸੇ ਹੀ ਤਰ੍ਹਾਂ ਖੜਾ ਖਲੋਤਾ ਭਰਾ ਭਰਾਇਆ ਘਰ ਸਾਰੇ ਦਾ ਸਾਰਾ ਹੀ ਮਣਸ ਦੇਵਾਂ। ਘਰ ਦੀ ਮਾਲਕ ਹੈ, ਜਿੱਦਾਂ ਜੀ ਚਾਹੇ ਕਰ। ਮੈਨੂੰ ਉਹਦਾ ਹੀ ਡਰ ਹੈ ਬਈ, ਆਵੇਗਾ ਤੇ ਲੜੇਗਾ ਮੇਰੇ ਨਾਲ। ਬੀਬੀ, ਦਾਨ ਕਰਨ ਲੱਗਿਆ ਵਿਚਾਰਾਂ 'ਚ ਪੈਣਾ ਮਾੜਾ ਹੁੰਦਾ ਹੈ। ਪਾਂਦਾ ਜੀ ਠੀਕ ਕਹਿੰਦੇ ਨੇ। ਤੇ ਭਲਾ ਮੈਂ ਮੰਦਾ ਕੰਮ ਥੋੜਾ ਹੀ ਕਰ ਰਹੀ ਹਾਂ। ਜੇ ਉਹ ਨਾਰਾਜ਼ ਹੁੰਦਾ ਹੈ ਤਾਂ ਹੋਵੇ, ਮੈਂ ਚੰਗੇ ਕੰਮ ਤੋਂ ਕਿਉਂ ਹਟਾਂ। ਵਿਦਿਆਰਥੀਓ, ਇੱਥੇ ਰਾਮ ਭਜਨੀ ਆਪਣੇ ਆਪ ਨੂੰ ਸਮਝਾ ਰਹੀ ਹੈ। ਠੀਕ ਆਖਿਆ ਹੈ ਬੀਬੀ। ਮਾਨਸ ਜਨਮ ਸਾਕਰਥਾ ਨਾ ਹੋਵੇ ਤਾਂ ਇਸ ਦਾ ਲਾਭ ਵੀ ਕੀ ਹੈ। ਰਾਮ ਭਜਨੀ ਉੱਠ ਕੇ ਦਾਨ ਕਰਨ ਲਈ ਸਮਾਨ ਲੈਣ ਜਾਂਦੀ ਹੈ। ਇਹ ਲਓ ਮਹਾਰਾਜ, 2 ਗਾਗਰਾਂ। ਓਮ ਰਾਮ ਓਮ। ਬੀਬੀ, ਰਾਮ ਚਿਤਾਰੋ। ਰਾਮ ਹੀ ਰਾਮ, ਰਾਮ ਹੀ ਰਾਮ, ਰਾਮ ਹੀ ਰਾਮ। ਹੋਰ ਕੀ ਹੈ, ਛੇਤੀ ਕਰ। ਇਹ ਚਾਦਰਾਂ ਦਾ ਜੋੜਾ ਏ, ਇਹ 2 ਰੇਸ਼ਮੀ ਕੁੜਤੇ ਨੇ। ਓਮ ਰਾਮ ਓਮ। ਇਹ ਮੇਰੇ ਗਹਿਣਿਆਂ ਦਾ ਡੱਬਾ ਹੈ। ਬਸ ਸਮਝੋ, ਸਭ ਕੁਛ ਹੀ ਹੈ। ਧੰਨ ਜਿਗਰਾ ਹੈ ਬੀਬੀ। ਮੇਰੇ ਕਿਸ ਕੰਮ ਦੇ ਨੇ ਮਹਾਰਾਜ। ਧੰਨ ਜਨਮ ਹੈ ਬੀਬੀ, ਤੂੰ ਸਾਰੇ ਟੱਬਰ ਨੂੰ ਤਾਰ ਛੱਡਿਆ ਏ। ਕੁਛ ਹੋਰ ਵੀ ਦੇਣ ਵਾਲਾ ਏ? ਹੋਰ ਰਹਿ ਕੀ ਗਿਆ ਹੈ, ਬਸ ਇੱਕ ਘਰ ਹੈਗਾ ਹੈ, ਇਹ ਵੀ ਦੇ ਦੇਵਾਂ, ਪਰ ਮਾਲਕ ਦਾ ਡਰ ਹੈ। ਮਾਲਕ ਸ਼ਬਦ ਰਾਮ ਭਜਨੀ ਆਪਣੇ ਪਤੀ ਲਈ ਪ੍ਰਯੋਗ ਕਰ ਰਹੀ ਹੈ। ਨਹੀਂ ਨਹੀਂ ਨਹੀਂ, ਘਰ ਨੂੰ ਰਹਿਣ ਦਿਓ। ਹਾਏ, ਮੇਰਾ ਅੱਗ ਲੱਗਾ ਚੇਤਾ, ਮੈਂ ਰੇਸ਼ਮੀ ਕੁੜਤੇ ਵੀ ਦੇ ਛੱਡੇ ਨੇ। ਉਹ ਤਾਂ ਮੈਂ ਆਪਣੀ ਧੀ ਰਾਣੀ ਲਈ ਰੱਖੇ ਸੀ। ਬੇਬੇ, ਤੂੰ ਵੀ ਕੀ ਸਮਝਦੀ ਹੋਵੇਂਗੀ। ਕੀ ਪੀ ਕਰਦੀ ਏ ਭੈਣੇ? ਲੈ, ਉਹ ਅੱਗੇ ਵੀ ਤੇਰੇ ਹੀ ਕੁੜਤੇ ਪਾਉਂਦੀ ਏ ਕੀ? ਰਾਮ ਭਜਨੀ ਇੱਧਰੋਂ ਉੱਧਰੋਂ ਇੱਕ ਕੁੜਤਾ ਲੱਭ ਕੇ, ਧੰਨ ਹੈ ਰਾਮ ਜੋ ਮੇਰੀ ਲਾਜ ਰੱਖਦਾ ਹੈ, ਇਹ ਕਿਤੇ ਥੱਲੇ ਪਿਆ ਰਹਿ ਗਿਆ। ਰਹਿਣ ਦੇ ਬੀਬੀ, ਤੂੰ ਆਪਣੇ ਲਈ ਕੁਛ ਨਹੀਂ ਰੱਖਣਾ? ਨਹੀਂ, ਮੇਰੇ ਕੋ ਗੁਜ਼ਾਰੇ ਜੋਗੇ ਬਥੇਰੇ ਨੇ, ਲੈ ਲੈ। ਪਾਂਦਾ ਚੀਜ਼ਾਂ ਸੰਭਾਲ ਕੇ ਤੁਰਨ ਲਈ ਤਿਆਰ ਹੁੰਦਾ ਹੈ। ਅੱਛਾ ਬੀਬੀ, ਮੈਂ ਤਾਂ ਛੇਤੀ ਜਾਣਾ ਹੈ ਵਕੀਲਾਂ ਦੇ। ਸ਼ੁਕਰ ਹੈ ਤੇਰਾ ਮਨੋਰਥ ਹੋ ਗਿਆ। ਰਾਮ ਸਭ ਦੇ ਮਨੋਰਥ ਪੂਰੇ ਕਰੇ। ਇਹ ਗਾਗਰਾਂ ਮੈਂ ਫੇਰ ਲੈ ਜਾਵਾਂਗਾ। ਨਹੀਂ, ਫੇਰ ਨਹੀਂ, ਮੈਂ ਬਗਾਨੀ ਅਮਾਨਤ ਕਿੱਥੇ ਸਾਂਭਦੀ ਫਿਰਾਂਗੀ। ਚਲੋ ਖਾਂ, ਤੁਸੀਂ ਮੈਂ ਆਪ 7 ਵਾਰੀ ਛੱਡ ਆਉਣੀ ਆ ਜਾ ਕੇ। ਧੰਨ ਹੈ ਬੀਬੀ, ਧੰਨ ਜਨਮ ਹੈ ਤੇਰਾ। ਰਾਮ ਭਜਨੀ ਜਦੋਂ ਗਾਗਰਾਂ ਚੱਕਣ ਲੱਗਦੀ ਹੈ ਤਾਂ ਗੁਆਂਢਣ ਉਸਦੇ ਹੱਥੋਂ ਗਾਗਰਾਂ ਫੜ ਲੈਂਦੀ ਹੈ। ਲੈ, ਇਹ ਕੀ ਗੱਲ ਹੋਈ ਭਲਾ? ਮੈਂ ਭੈਣ ਤੈਨੂੰ ਹੱਥ ਲਾਉਣ ਦੇਣੀ ਆ? ਤੂੰ ਹੁਣ ਪੂਜਾ ਕਰਨੀ ਹੋਏਗੀ, ਮੈਂ ਛੱਡ ਆਉਣੀ ਆ। ਨਾਲੇ ਤੇਰੇ ਐਵੇਂ ਪੈਰ ਦੁਖਣਗੇ। ਵੈਰੀਆਂ ਦੇ ਦੁਖਣ ਪੈਰ, ਐਵੇਂ ਨਾ ਬੋਲ ਕਬੋਲ ਮੂੰਹੋਂ ਕੱਢ ਦਿਆ ਕਰ। ਮੈਂ ਪੂਜਾ ਵੀ ਕਰ ਲਵਾਂਗੀ ਆਣ ਕੇ। ਵੇਖ ਬੇਬੇ, ਮੇਰਾ ਬੜਾ ਹਰਜਾ ਹੋਣ ਡਿਆ ਏ, ਵਕੀਲ ਨੇ ਸੱਦਿਆ ਸੀ। ਚਲੋ ਨਾ ਫਿਰ ਪਾਂਦਾ ਜੀ, ਚਲੋ ਛੇਤੀ ਕਰੋ। ਲੈ ਭੈਣ, ਤੂੰ ਪਿੱਛੇ ਘਰ ਦਾ ਖਿਆਲ ਰੱਖੀ, ਮੈਂ ਹੁਣੇ ਆਈ। ਪਹਿਲੀ ਗੱਲ ਉਹ ਪਾਂਦੇ ਨੂੰ ਤੇ ਦੂਸਰੀ ਬੇਬੇ ਨੂੰ ਆਖਦੀ ਹੈ। ਨਹੀਂ ਬੇਬੇ, ਤੂੰ ਹੁਣ ਸ਼ਾਂਤ ਹਿਰਦੇ ਨਾਲ ਬੈਠ, ਰਾਮ ਨਾਮ ਜਪ।
ਗਾਗਰਾਂ ਮੈਂ ਆਪੇ ਫੜੀ ਜਾਵਾਂਗਾ। ਲੈ ਇਹ ਹੱਦ ਹੋਈ। ਚਲੋ ਤੁਸੀਂ ਚੱਲਣ ਵਾਲੇ ਬਣੋ। ਗੁਆਂਢਣ ਉਸ ਦੇ ਨਾਲ ਗਾਗਰਾਂ ਛੱਡਣ ਚਲੀ ਜਾਂਦੀ ਹੈ। ਸੋ ਵਿਦਿਆਰਥੀਓ, ਇਸ ਹਿੱਸੇ ਵਿੱਚ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਪਾਂਧਾ ਆਉਂਦਾ ਹੈ ਅਤੇ ਉਹ ਬੇਬੇ ਦੇ ਕੋਲੋਂ ਸਾਰਾ ਕੁਝ ਲੈ ਲੈਂਦਾ ਹੈ। ਉਸ ਦੇ ਗਹਿਣੇ, ਕੀਮਤੀ ਭਾਂਡੇ ਔਰ ਉਸ ਦੇ ਕੀਮਤੀ ਕੱਪੜੇ। ਔਰ ਗੁਆਂਢਣ ਅਤੇ ਪਾਂਧਾ ਉਸ ਨੂੰ ਕੋਈ ਵੀ ਰੋਕਣ ਦੀ ਕੋਸ਼ਿਸ਼ ਨਹੀਂ ਕਰਦਾ, ਸਗੋਂ ਜਿਸ ਤਰ੍ਹਾਂ ਬੇਬੇ ਕਰ ਰਹੀ ਹੈ ਉਸ ਨੂੰ ਕਰਨ ਦੇਈ ਜਾ ਰਹੇ ਨੇ। ਵਿੱਚੋਂ ਵਿੱਚ ਬੇਬੇ ਰਾਮ ਭਜਨੀ ਆਪਣੇ ਪਤੀ ਤੋਂ ਡਰਦੀ ਵੀ ਹੈ, ਪਰ ਫਿਰ ਵੀ ਉਹ ਆਪਣੀ ਮਾਨਸਿਕ ਸਥਿਤੀ ਦੇ ਕਾਰਨ ਉਹ ਆਪਣਾ ਸਭ ਕੁਝ ਦਾਨ ਕਰੀ ਹੀ ਜਾ ਰਹੀ ਹੈ। ਔਰ ਇਸ ਸਥਿਤੀ ਦੇ ਵਿੱਚ ਉਸ ਨੂੰ ਕੋਈ ਵੀ ਨਹੀਂ ਸਮਝਾ ਰਿਹਾ ਕਿ ਆਪਣੇ ਭਵਿੱਖ ਦੇ ਲਈ ਤੂੰ ਇਸ ਨੂੰ ਸਾਂਭ ਕੇ ਰੱਖ। ਦੂਸਰੇ ਪਾਸੇ ਇੱਕ ਹੋਰ ਗੱਲ ਹੈ ਕਿ ਇਹ ਪਾਂਧਾ ਜੋ ਦਾਨ ਲੈ ਰਿਹਾ ਹੈ, ਕੀ ਇਹ ਇਸ ਨੂੰ ਸਹੀ ਅਰਥਾਂ ਦੇ ਵਿੱਚ ਪ੍ਰਯੋਗ ਕਰੇਗਾ ਜਾਂ ਇਸ ਦੀ ਦੁਰਵਰਤੋਂ ਹੋਵੇਗੀ। ਇਸ ਨੂੰ ਜਾਣਨ ਵਾਲਾ ਕੋਈ ਵੀ ਨਹੀਂ ਹੈ। ਉਸ ਨੂੰ ਕੇਵਲ ਦਾਨ ਦੇ ਨਾਲ ਮਤਲਬ ਹੈ। ਉਸ ਨੂੰ ਇਹ ਵੀ ਹੈ ਕਿ ਉਸ ਦਾ ਨੁਕਸਾਨ ਹੋ ਰਿਹਾ ਹੈ, ਸਮਾਂ ਉਸ ਦਾ ਖਰਾਬ ਹੋ ਰਿਹਾ ਹੈ। ਉਸ ਨੂੰ ਵਕੀਲ ਨੇ ਸੱਦਿਆ ਸੀ, ਪਰ ਉਹ ਵਕੀਲ ਦੇ ਘਰ ਹਜੇ ਤੱਕ ਵੀ ਨਹੀਂ ਪਹੁੰਚਿਆ, ਅਤੇ ਜਿਸ ਕਰਕੇ ਉਸ ਨੂੰ ਵਕੀਲ ਵੱਲੋਂ ਮਿਲਣ ਵਾਲਾ ਧਨ ਵੀ ਹੋ ਰਿਹਾ ਹੈ। ਇਸ ਵੇਲੇ ਭਗਵਾਨ ਦੇ ਨਾਮ ਦੀ ਜਾਂ ਪਰਮਾਤਮਾ ਦੀ ਕੋਈ ਵੀ ਗੱਲ ਨਹੀਂ ਹੋਈ ਹੈ। ਕੇਵਲ ਤੇ ਕੇਵਲ ਚਰਚਾ ਇਸ ਗੱਲ ਦੀ ਹੈ, ਕਿਹੜੀ ਚੀਜ਼ ਦੇਣੀ ਹੈ, ਕਿਹੜੀ ਨਹੀਂ ਦੇਣੀ, ਕਿਹੜੀ ਦਾਨ ਕਰਨੀ ਹੈ, ਕਿਹੜੀ ਨਹੀਂ ਕਰਨੀ। ਸੋ ਪਾਂਧਾ ਕੇਵਲ ਆਪਣਾ ਫਾਇਦਾ ਸੋਚ ਰਿਹਾ ਹੈ। ਸੋ ਇੱਥੇ ਤੱਕ ਅਸੀਂ ਇੰਨਾ ਜਾਣਿਆ ਕਿ ਬੇਬੇ ਨੇ ਕਾਫੀ ਕੁਝ ਦਾਨ ਕਰ ਦਿੱਤਾ ਹੈ। ਸੋ ਵਿਦਿਆਰਥੀਓ, ਇੱਥੇ ਤੱਕ ਅਸੀਂ ਇਕਾਂਗੀ ਦੇ 2 ਭਾਗ ਪੜ੍ਹ ਚੁੱਕੇ ਹਾਂ। 2 ਭਾਗਾਂ ਦੇ ਵਿੱਚ ਸਾਧੂ ਅਤੇ ਪਾਂਧੇ ਦੁਆਰਾ ਲਿਆ ਗਿਆ ਦਾਨ ਅਸੀਂ ਜਾਣ ਚੁੱਕੇ ਹਾਂ। ਹੁਣ ਅਸੀਂ ਇਸ ਦਾ ਅਗਲਾ ਹਿੱਸਾ ਅਗਲੇ ਵੀਡੀਓ ਦੇ ਵਿੱਚ ਦੇਖਾਂਗੇ ਅਤੇ ਜਾਣਾਂਗੇ। ਧੰਨਵਾਦ।